ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਜੁੜ ਕੇ ਨੇ ਹਰ ਰੋਜ਼ ਦੀ ਤਰ੍ਹਾਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ। ਉਹਨਾਂ ਨਾਲ ਮਿਲ ਕੇ ਕੁਝ ਗੱਲਾਂ ਕਰਦੇ ਹਾਂ, ਭਾਰਤ ਦੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਸੁਸ਼ੀਲ ਜੀ ਤੁਹਾਡਾ ਧੰਨਵਾਦ। ਦਸਾਂਝ ਸਾਹਿਬ ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਤੇ ਅੱਜ ਇੱਕ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ ਉਹ ਹੈ ਲਖੀਮਪੁਰ ਖੀਰੀ ਵਾਲੀ ਘਟਨਾ ਦੇ ਉੱਤੇ। ਜਿਹੜਾ ਮਿਸ਼ਰਾ ਸੀਗਾ ਮੰਤਰੀ, ਉਹਨਾਂ ਦਾ ਬੇਟਾ, ਉਹਨੂੰ ਕੋਰਟ ਨੇ ਵੀ ਜ਼ਮਾਨਤ ਦੇ ਦਿੱਤੀ ਆ। ਦੂਜੇ ਪਾਸੇ ਕਿਹਾ ਜਾਂਦਾ ਹੈ ਕਿ ਜਿਹੜੇ ਕਿਸਾਨਾਂ ਦੇ ਉੱਤੇ ਕੇਸ ਬਣਾਏ ਹੋਏ ਸੀਗੇ, ਕਾਫੀ ਸਾਰੇ ਕਿਸਾਨਾਂ ਨੂੰ ਅਰੈਸਟ ਕੀਤਾ ਹੋਇਆ। ਜਿਹੜੇ ਬੀਜੇਪੀ ਦੇ ਤਿੰਨ ਵਰਕਰ ਜਾਂ 2 ਵਰਕਰ, ਇੱਕ ਡਰਾਈਵਰ ਮਾਰੇ ਜਾਣ ਦੀ ਗੱਲ ਦੱਸ ਰਹੇ ਸੀਗੇ। ਪਹਿਲਾਂ ਤਾਂ ਪੱਤਰਕਾਰ ਨੂੰ ਵੀ ਉਸੇ ਖਾਤੇ 'ਚ ਪਾਇਆ ਜਾ ਰਿਹਾ ਸੀ, ਪਰ ਉਹਨਾਂ ਦੀਆਂ ਜ਼ਮਾਨਤਾਂ ਤੇ ਉਹਨਾਂ ਦਾ ਕੁਝ ਬਣਿਆ ਹੋਵੇ, ਉਹਦੇ ਬਾਰੇ ਕੋਈ ਜਾਣਕਾਰੀ ਹੋਵੇ। ਜਦੋਂ ਕਿ ਇੱਕ ਪਾਸੇ ਕੇਂਦਰ ਦੀ ਸਰਕਾਰ ਜਿਹੜੀ ਆਪਣੇ ਮੰਤਰੀ ਨੂੰ ਤੇ ਉਹਦੇ ਬੇਟੇ ਨੂੰ ਬਚਾਉਣ 'ਚ ਰੁੱਝੀ ਹੋਈ ਆ, ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਬੜਾ ਸਖਤੀ ਨਾਲ ਇਹਦੇ ਉੱਤੇ ਅਮਲ ਕਰਦਿਆਂ ਆਪਣੀ ਨਿਗਰਾਨੀ ਥੱਲੇ ਇਨਕੁਆਇਰੀ ਕਰਾਈ, ਪਰ ਫਿਰ ਵੀ ਉਹ ਜ਼ਮਾਨਤ ਲੈਣ 'ਚ ਕਾਮਯਾਬ ਹੋ ਗਏ। ਇਹਦੇ 'ਚ ਇੱਦਾਂ ਹੈ ਜੀ, 2 ਗੱਲਾਂ। ਨੰਬਰ 1 ਤਾਂ ਇਹ ਹੈ ਕਿ ਕਿਸਾਨ ਜੋ ਕਹਿ ਰਹੇ ਨੇ, ਉਹਨਾਂ ਨੇ ਕਿਹਾ ਕਿ ਇਹ ਇੱਕ ਤਰਫਾ ਸੁਣਵਾਈ ਹੋਈ ਹੈ। ਕਿਸਾਨ ਆਗੂਆਂ ਦਾ ਇਹ ਦੋਸ਼ ਹੈ ਕਿਉਂਕਿ ਆਨਲਾਈਨ ਸਾਰੀ ਸੁਣਵਾਈ ਹੋਈ ਆ, ਫਿਜ਼ੀਕਲ ਸੁਣਵਾਈ ਤਾਂ ਹੋਈ ਨਹੀਂ, ਆਨਲਾਈਨ ਸੁਣਵਾਈ ਹੋਈ ਹੈ। ਤੇ ਕਿਸਾਨਾਂ ਦਾ ਦੋਸ਼ ਇਹ ਹੈ ਵੀ ਜਦੋਂ ਸਾਡੇ ਵਕੀਲ ਨੇ ਗੱਲ ਕਰਨੀ ਸੀ ਤਾਂ ਕਨੈਕਸ਼ਨ ਜਿਹੜਾ ਉਹ ਕੱਟ ਗਿਆ। ਮਤਲਬ ਇਹ ਕਿਸਾਨ ਆਗੂਆਂ ਦਾ ਕਹਿਣਾ ਹੈ ਵੀ ਸਾਡੇ ਵਕੀਲ ਨੇ ਜਦੋਂ ਆਪਣਾ ਪੱਖ ਰੱਖਣਾ ਸੀ ਤਾਂ ਕਨੈਕਸ਼ਨ ਕੱਟ ਗਿਆ, ਇੱਕ ਤਰਫਾ ਸੁਣਵਾਈ ਹੋਈ ਤੇ ਬੇਲ ਜਿਹੜੀ ਆ ਉਹ ਦੇ ਦਿੱਤੀ ਗਈ। ਤੇ ਇਹਨੂੰ ਫਿਰ ਉਹਨਾਂ ਨੇ ਚੈਲੰਜ ਵੀ ਕਰ ਦਿੱਤਾ ਉਸੇ ਵੇਲੇ। ਹੁਣ ਉਹ ਚੈਲੰਜ ਕੀਤਾ, ਦੇਖਦੇ ਆ ਹਲੇ ਦੀ ਰਿਹਾਈ ਨੂੰ ਵੀ 4-5 ਦਿਨ ਲੱਗਣੇ ਆ, ਤੇ ਕਿਉਂਕਿ ਉਹਦੀ ਜਿਹੜੀ ਪ੍ਰਕਿਰਿਆ ਪੂਰੀ ਹੋਣ ਨੂੰ 4-5 ਦਿਨ ਲੱਗਣੇ ਆ। ਪਰ ਇੱਕ ਗੱਲ ਹੋਰ ਜਿਹੜੀ ਬੜੀ ਇੰਪੋਰਟੈਂਟ ਹੈ, ਇੱਕ ਗੱਲ ਤਾਂ ਇਹ ਕਿਸਾਨਾਂ ਦਾ ਇਲਜ਼ਾਮ ਜਾਂ ਦੋਸ਼ ਜਾਂ ਕਹਿ ਲਓ ਇਹ ਸੱਚ ਵੀ ਹੈ ਵੀ ਸਾਡੇ ਵਕੀਲ ਦੀ ਗੱਲ ਸੁਣੀ ਹੋਈ ਨਹੀਂ ਗਈ। ਇਹਦਾ ਮਤਲਬ ਕਿਤੇ ਨਾ ਕਿਤੇ ਪਾਰਸ਼ੈਲਿਟੀ ਹੋਈ ਹੈ। ਤੇ ਦੂਜੀ ਗੱਲ ਇਹ ਹੈ ਕਿ ਇਹਦੀ ਜਿਹੜੀ ਟਾਈਮਿੰਗ ਹੈ ਉਹ ਬੜੀ ਇੰਪੋਰਟੈਂਟ ਹੈ। ਅਜੇ ਮਿਸ਼ਰਾ ਨੂੰ ਲਗਾਤਾਰ ਮੰਗ ਚੱਲਦੀ ਹੈ ਵੀ ਬਰਖਾਸਤ ਕਰੋ ਕੇਂਦਰੀ ਮੰਤਰੀ ਮੰਡਲ ਚੋਂ, ਵੀ ਉਹ ਇੱਕ ਐਡੇ ਪਾਵਰਫੁਲ ਅਹੁਦੇ ਤੇ ਰਹਿੰਦਿਆਂ ਦਖਲ ਦੇਗਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ, ਤੇ ਉਹ ਕਰ ਵੀ ਰਿਹਾ। ਇਹ ਸਾਫ਼ ਹੋ ਗਿਆ ਉਹਨੂੰ ਜ਼ਮਾਨਤ ਮਿਲਣ ਦੇ ਨਾਲ। ਦੂਜੀ ਟਾਈਮਿੰਗ ਜਿਹੜੀ ਇਹਦੀ ਆ ਬੜੀ ਇੰਪੋਰਟੈਂਟ ਹੈ ਵੀ ਅੱਜ ਜਦੋਂ 11 ਜ਼ਿਲ੍ਹਿਆਂ ਦੀਆਂ 58 ਸੀਟਾਂ ਤੇ ਵੋਟਾਂ ਪੈ ਗਈਆਂ ਯੂਪੀ ਦੇ ਵਿੱਚ, ਵੈਸਟਰਨ ਯੂਪੀ ਦੇ ਵਿੱਚ, ਯਾਨੀ ਵੋਟਾਂ ਪੈ ਗਈਆਂ, ਉਸੇ ਵੇਲੇ ਜ਼ਮਾਨਤ ਜਿਹੜੀ ਉਹਨੂੰ ਦਿੱਤੀ ਗਈ ਹੈ। ਯਾਨੀ ਪੱਛਮੀ ਯੂਪੀ ਦੇ ਵਿੱਚ ਅਸਰ ਨਾ ਪਵੇ ਕਿਉਂਕਿ ਉੱਥੇ ਕਿਸਾਨ ਅੰਦੋਲਨ ਜ਼ਿਆਦਾ ਮਜ਼ਬੂਤ ਸੀ, ਉਦੋਂ ਤੱਕ ਉਹਨੂੰ ਜ਼ਮਾਨਤ ਨਹੀਂ ਦਿੱਤੀ ਗਈ। ਪੱਛਮੀ ਯੂਪੀ ਦੇ ਵਿੱਚ ਕਿਸਾਨ ਅੰਦੋਲਨ ਦਾ ਜ਼ਿਆਦਾ ਅਸਰ ਰਿਹਾ, ਉੱਥੇ 58 ਸੀਟਾਂ ਤੇ ਵੋਟਾਂ ਪੈ ਗਈਆਂ, ਨਾਲ ਦੀ ਨਾਲ ਉਹਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਜੋ ਬ੍ਰਾਹਮਣ ਵੋਟ ਜਿਹੜੀ ਹੈ, ਬਾਕੀ ਸਾਰੇ ਯੂਪੀ ਦੇ ਵਿੱਚ ਬ੍ਰਾਹਮਣ ਵੋਟ ਜਿਹੜੀ ਹੈ ਉਹਨੂੰ ਕੰਸੋਲੀਡੇਟ ਕੀਤਾ ਜਾ ਸਕੇ। ਹੈ ਇਹਦਾ ਮਾਮਲਾ ਜੀ। ਅੱਛਾ ਦਸਾਂਝ ਸਾਹਿਬ, ਵੈਸੇ ਇੱਦਾਂ ਹੁੰਦਾ ਅਕਸਰ ਕਿ ਜਿਹੜੀ ਦੋ ਤਰ੍ਹਾਂ ਦੀ ਲੜਾਈ ਹੁੰਦੀ ਉਹ 'ਚ ਤਰਕ ਵਿਤਰਕ ਬਥੇਰੇ ਚੱਲਦੇ ਆ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਜਦੋਂ ਕੋਈ ਕੋਰਟ ਨਿਰਣਾ ਲੈਂਦੀ ਆ ਤੇ ਖਾਸ ਕਰਕੇ ਇਹੋ ਜਿਹੀ ਟੈਕਨੀਕਲ ਵਜ੍ਹਾ ਜੇ ਉਹਨਾਂ ਦੇ ਸਾਹਮਣੇ ਆ ਜਾਂਦੀ ਆ ਕਿ ਦੂਜੇ ਵਕੀਲ ਦੀ ਗੱਲ ਹੀ ਨਹੀਂ ਸੁਣੀ ਗਈ, ਕੋਈ ਰੁਕਾਵਟ ਪੈ ਗਈ ਜਾਂ ਉਹ ਲਿੰਕ ਟੁੱਟ ਗਿਆ, ਜਿੱਦਾਂ ਆਪਾਂ ਨਾ ਵੀ ਕਈ ਵਾਰ ਗੱਲ ਕਰਦੇ ਹਾਂ ਲਿੰਕ ਟੁੱਟ ਜਾਂਦਾ, ਤੇ ਜੱਜ ਸਾਹਿਬਾਨ ਫਿਰ ਉਹ ਫੈਸਲਾ ਕਿੱਦਾਂ ਦੇ ਸਕਦੇ? ਇਹਦਾ ਮਤਲਬ ਤਾਂ ਫਿਰ ਇਹੋ ਹੀ ਹੈ ਨਾ ਕਿ ਆਪਾਂ ਡਾਇਰੈਕਟਲੀ ਜਿਹੜੇ ਜੱਜ ਨੇ ਫੈਸਲਾ ਕੀਤਾ ਉਹਨੂੰ ਬੀਜੇਪੀ ਦੇ ਇਨਫਲੂਐਂਸ 'ਚ ਆ ਕੇ ਫੈਸਲਾ ਲੈਣ ਦਾ ਦੋਸ਼ੀ ਕਰਾਰ ਦੇ ਰਹੇ ਹਾਂ। ਦੇਖੋ, ਪ੍ਰਭਾਵ ਤਾਂ ਕਿਤੇ ਨਾ ਕਿਤੇ ਹੁੰਦਾ, ਸੁਸਾਇਟੀ 'ਚੋਂ ਆਏ ਨੇ ਸਾਰੇ ਲੋਕ। ਇਹ ਜਦੋਂ ਭਾਰਤ ਦੇ ਵਿੱਚ ਹਜ਼ਾਰੇ ਦਾ ਅੰਦੋਲਨ ਚੱਲ ਰਿਹਾ ਸੀ, ਲੋਕਪਾਲ ਦੀ ਮੰਗ ਹੋ ਰਹੀ ਸੀ ਕਰਪਸ਼ਨ ਦੇ ਖਿਲਾਫ, ਉਦੋਂ ਵੀ ਗੱਲਾਂ ਕਰਦਿਆਂ ਇੱਕ ਵਾਰ ਮੈਂ ਕਿਹਾ ਸੀ ਵੀ ਲੋਕਪਾਲ ਕਿੱਥੋਂ ਆਉਣਾ ਹੈ? ਕਿ ਲੋਕਪਾਲ ਬਣਾਉਣ ਦੇ ਨਾਲ ਕਰਪਸ਼ਨ ਖਤਮ ਹੋ ਜਾਏਗੀ? ਲੋਕਪਾਲ ਕੋਈ ਚੰਦ ਤੋਂ ਆਉਣਾ? ਲੋਕਪਾਲ ਵੀ ਤਾਂ ਇਸੇ ਸੁਸਾਇਟੀ ਦਾ ਪਾਰਟ ਰਿਹਾ ਹੋਏਗਾ ਜਿਹੜਾ ਆਏਗਾ। ਦੇਖੋ, ਓਨੈਸਟੀ ਦਾ ਮਾਮਲਾ ਇਹ ਹੈ, ਹਰ
ਜਿਹੜਾ ਖੇਤਰ ਹੈ ਉਹਦੇ 'ਚ ਬੜੇ ਇਮਾਨਦਾਰ ਲੋਕ ਨੇ ਤੇ ਹਰ ਖੇਤਰ ਦੇ ਵਿੱਚ ਬੜੇ ਬੇਈਮਾਨ ਲੋਕ ਨੇ। ਇਹਦੇ 'ਚ ਤੁਸੀਂ ਕੀ ਯਕੀਨ ਕਰ ਸਕਦੇ, ਕੁਝ ਨਹੀਂ ਕਿਹਾ ਜਾ ਸਕਦਾ। ਇਹ ਤੁਹਾਡਾ ਆਪਣਾ ਵਿਵੇਕ ਹੈ, ਤੁਹਾਡੀ ਓਨੈਸਟੀ ਤੁਹਾਡੇ ਕੋਲ ਹੈ। ਸੋ ਪ੍ਰਭਾਵ ਤਾਂ ਪਿਛਲੇ ਕੁਝ ਸਮੇਂ 'ਚ ਦੇਖਿਆ ਕਿ ਕੁਝ ਜਿਹੜੇ ਫੈਸਲੇ ਸੁਪਰੀਮ ਕੋਰਟ ਦੇ ਵੀ ਆਏ, ਜਿਸ ਤੇ ਬਾਅਦ ਵਿੱਚ ਕਾਫੀ ਹੱਦ ਤੱਕ ਜਿਹੜੀ ਹੈ ਬਹਿਸ ਵੀ ਚੱਲੀ। ਉਹਨਾਂ ਫੈਸਲਿਆਂ ਬਾਰੇ ਵੀ ਇਹ ਗੱਲ ਨਿਕਲ ਕੇ ਆਈ ਸੀ ਵੀ ਕਿਤੇ ਨਾ ਕਿਤੇ ਪ੍ਰਭਾਵ ਹੈ। ਤੇ ਅਸੀਂ ਸਿੱਧੇ ਤੌਰ ਦੇ ਉੱਤੇ ਅਦਾਲਤਾਂ ਦੇ ਉੱਤੇ ਟਿੱਪਣੀਆਂ ਨਹੀਂ ਕਰ ਸਕਦੇ, ਪਰ ਇਹ ਜ਼ਰੂਰ ਹੈ ਜੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਤਾਂ ਉਹ ਤੱਥ ਵੀ ਹੈ। ਤੇ ਜੇ ਉਹਨਾਂ ਨੇ ਉਹਨਾਂ ਨੂੰ ਕਹਿ ਲਓ ਵੀ ਫਿਰ ਤੋਂ ਚੈਲੰਜ ਕੀਤਾ ਕੋਰਟ ਦੇ ਵਿੱਚ ਹੀ, ਤੇ ਉਹਦਾ ਜਵਾਬ ਵੀ ਦੇਣਾ ਪਏਗਾ। ਜਾਂ ਤਾਂ ਬੈਂਚ ਪਏਗਾ, ਕਈ ਵਾਰੀ ਬੈਂਚ ਫਿਰ ਬਦਲਿਆ ਜਾਂਦਾ, ਫਿਰ ਦੁਬਾਰਾ ਤੋਂ ਸੁਣਵਾਈ ਹੁੰਦੀ ਹੈ। ਤੋ ਹੈ ਤਾਂ ਦੇਖੋ ਬਹੁਤ ਵੱਡੀ ਗੱਲ ਹੈ ਇਹ ਵੀ ਜੇ ਕਿਸੇ ਧਿਰ ਦੀ ਤੁਸੀਂ ਸੁਣੋ ਹੀ ਨਾ। ਮੈਂ ਇੱਕ ਸੀਨੀਅਰ ਮੋਸਟ, ਕਿਉਂਕਿ ਇਹਨਾਂ ਦਿਨਾਂ 'ਚ ਮੇਰਾ ਵੀ ਵਾਹ ਪੈ ਰਿਹਾ ਵਕੀਲਾਂ ਦੇ ਨਾਲ ਇੱਕ ਮਾਮਲੇ ਦੇ ਵਿੱਚ, ਤੇ ਮੈਂ ਇੱਕ ਬਹੁਤ ਹੀ ਆਪਣੇ ਵੱਡੇ ਸਾਡੇ ਸੀਨੀਅਰ ਮੋਸਟ ਜਿਹੜੇ ਵਕੀਲ ਹੈ ਉਹਨਾਂ ਦੇ ਕੋਲ ਗਿਆ ਸੀ ਕੋਈ ਐਡਵਾਈਸ ਲੈਣ ਵਾਸਤੇ। ਉਹਨਾਂ ਨੇ ਕਾਫੀ ਮੇਰੀ ਮਦਦ ਵੀ ਕੀਤੀ ਤੇ ਮੈਂ ਪੁੱਛਿਆ ਉਹਨਾਂ ਨੂੰ ਵੀ ਏਦਾਂ ਜਿਹੜਾ ਮਰਡਰਰ ਹੈ, ਜਿਹੜਾ ਕਾਤਲ ਹੈ, ਉਹਨੂੰ ਲੋਅਰ ਕੋਰਟ ਦੇ ਵਿੱਚੋਂ ਜ਼ਮਾਨਤ ਤਾਂ ਮਿਲੀ ਨਹੀਂ ਤੇ ਉਹ ਹਾਈ ਕੋਰਟ 'ਚ ਜ਼ਮਾਨਤ ਲਾਉਣ ਦੀ ਤਿਆਰੀ 'ਚ ਹੈ ਤੇ ਅਸੀਂ ਹੁਣ ਕੀ ਕਰ ਸਕਦੇ ਹਾਂ। ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਮੈਂ ਤੁਹਾਡੀ ਮਦਦ ਕਰਦਾ। ਤੇ ਮੈਂ ਉਹਨਾਂ ਨੇ ਮਦਦ ਕੀਤੀ ਵੀ, ਪਰ ਨਾਲ ਦੀ ਨਾਲ ਜਦੋਂ ਮੈਂ ਪੁੱਛਿਆ ਵੀ ਸਾਨੂੰ ਕੁਝ ਹੋਰ ਕੁਝ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੇਸ ਤਾਂ ਸਟੇਟ ਵਰਸਸ ਹੈ, ਸਟੇਟ ਨੇ ਕੇਸ ਲੜਨਾ ਸਾਡਾ, ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਲੋੜ ਪਈ ਤਾਂ ਆਪਾਂ ਆਪੇ ਕਰ ਦਾਂਗੇ ਪ੍ਰਬੰਧ, ਦਿੱਕਤ ਨਹੀਂ। ਫਿਰ ਮੈਂ ਪੁੱਛਿਆ ਸੀ ਸਰਕਾਰੀ ਵਕੀਲ ਬਾਰੇ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਉਹ ਵੀ ਹੋ ਜਾਏਗਾ। ਪਰ ਬਹੁਤੇ ਜਿਹੜੇ ਏਦਾਂ ਦੇ ਮਾਮਲੇ ਆ ਉਹਨਾਂ ਦੇ ਵਿੱਚ ਬਹੁਤ ਕੁਝ ਅੰਦਰ ਖਾਤੇ ਏਦਾਂ ਦਾ ਹੋ ਜਾਂਦਾ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਨਹੀਂ, ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਵਕੀਲ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ, ਸਰਕਾਰੀ ਵਕੀਲ ਵੀ ਹੋ ਜਾਏਗਾ, ਮਤਲਬ ਮੈਨੇਜ ਹੋ ਜਾਏਗਾ ਜਾਂ ਕੀ ਹੋ ਜਾਏਗਾ? ਨਹੀਂ, ਉਹ ਕਹਿੰਦੇ ਵੀ ਸੱਚ ਤੇ ਖੜਨ ਵਾਸਤੇ ਵੀ ਸਰਕਾਰੀ ਵਕੀਲਾਂ ਦੇ ਵਿੱਚੋਂ ਵੀ ਤੁਹਾਨੂੰ ਚੂਜ਼ ਕਰਨਾ ਪੈਂਦਾ ਕਿਹੜਾ ਬੰਦਾ ਸੱਚ ਤੇ ਖੜ ਸਕਦਾ। ਕਿਹੜਾ ਬੰਦਾ ਸੱਚ ਤੇ ਖੜ ਸਕਦਾ, ਗਿਣਤੀ ਹੁੰਦੀ ਆ ਸੱਚ ਤੇ ਖੜਨ ਵਾਲਿਆਂ, ਪਰ ਉਹ ਵੀ ਤੁਹਾਨੂੰ ਦੇਖਣਾ ਪਏਗਾ ਕਿਉਂਕਿ ਲਾਜ਼ਮੀ ਤੌਰ ਤੇ ਜਿਹੜਾ ਸਿਸਟਮ 'ਚ ਕੰਮ ਕਰ ਰਿਹਾ। ਮੈਂ ਜਿੱਥੋਂ ਤੱਕ ਅਦਾਲਤੀ ਸਿਸਟਮ ਨੂੰ ਸਮਝਦਾ ਹਾਂ, ਜਿਹੜਾ ਸਰਕਾਰੀ ਵਕੀਲ ਹੁੰਦੇ ADA DA ਜਾਂ ਡਿਪਟੀ ਅਟਾਰਨੀ ਜਨਰਲ ਜਿਹੜੇ ਹੁੰਦੇ ਇਹਨਾਂ ਦੇ ਡਿਸਟ੍ਰਿਕਟ ਅਟਾਰਨੀ ਜਨਰਲ ਜਿਹਨੂੰ ਕਹਿੰਦੇ ਆ, ਇਹ ਉਹਨਾਂ ਦਾ ਅਧਿਕਾਰ ਖੇਤਰ ਹੁੰਦਾ ਕਿ ਕਿਹੜੇ ਵਿਅਕਤੀ ਕੋਲ ਕਿਹੜਾ ਪੁਲਿਸ, ਜਿੱਦਾਂ ਜੱਜ ਹੁੰਦੇ ਆ ਜੀ, ਇਹ CGM ਜੱਜ ਆ, ਇਹ ਐਡੀਸ਼ਨਲ ਆਪਣਾ ਸੈਸ਼ਨ ਜੱਜ ਆ, ਫਲਾਣਾ ਜੱਜ ਆ, ਤੇ ਉਹ ਜਿਹੜੇ ਕੇਸ ਮਾਰਕ ਹੁੰਦੇ ਆ ਉਹ ਮਰਜ਼ੀ ਨਾਲ ਨਹੀਂ ਹੁੰਦੇ। ਜਿਹੜੇ CGM ਨੇ ਮਾਰਕ ਕਰਨੇ ਹੁੰਦੇ ਆ ਉਹ ਉਸ ਕੋਰਟ ਨੂੰ ਹੀ ਜਾਣੇ ਹੁੰਦੇ ਜਿੱਥੇ ਉਹਨਾਂ ਦੀ ਸਿਸਟਮ ਬਣਿਆ ਹੋਇਆ। ਇਸੇ ਤਰ੍ਹਾਂ ਹੀ ਜਿਹੜੀ ਪੁਲਿਸ ਸਟੇਸ਼ਨ ਦਾ ਕੇਸ ਆ, ਜਿਹੜਾ ਸਰਕਾਰੀ ਵਕੀਲ ਉਸ ਪੁਲਿਸ ਸਟੇਸ਼ਨ ਨੂੰ ਰਿਪਰੈਜ਼ੈਂਟ ਕਰਦਾ, ਉਹੋ ਹੀ ਸਾਰਾ ਕੇਸ ਫਾਈਲ ਕਰਦਾ, ਬਣਾਉਂਦਾ ਤੇ ਕੋਰਟ 'ਚ ਜਿਹੜੀ ਆ ਉਹ ਹਾਜ਼ਰੀ ਭਰਦਾ। ਤੇ ਇਦਾਂ ਤਾਂ ਨਹੀਂ ਹੋ ਸਕਦਾ ਕਿ ਆਪਣੀ ਮਰਜ਼ੀ ਦਾ ਸਰਕਾਰੀ ਵਕੀਲ ਲਵਾ ਲਿਆ ਜਾਵੇ। ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹ ਇਹੀ ਕਹਿ ਰਹੇ ਸੀ, ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹਦੇ 'ਚ ਵੀ ਉਹਨਾਂ ਨੂੰ ਇਹ ਪਤਾ ਹੁੰਦਾ ਨਾ, ਜਿਹੜੀ ਤੁਸੀਂ ਕੰਮ ਕਰ ਰਹੇ ਹੋ, ਮੰਨ ਲਓ ਤੁਸੀਂ ਇੱਕ ਅਦਾਰੇ 'ਚ ਕੰਮ ਕਰ ਰਹੇ ਹੋ, ਤੁਹਾਨੂੰ ਪਤਾ ਹੈ ਤੁਹਾਡੇ ਅਦਾਰੇ ਦੇ ਵਿੱਚ ਜੇ ਕੋਈ ਮਾਰਕਿੰਗ ਦੀ ਜਿਹਦੇ ਕੋਲ ਤਾਕਤ ਹੈਗੀ ਆ, ਤੇ ਉਹ ਜਿਹੜੀ ਮਾਰਕਿੰਗ ਦੀ ਤਾਕਤ ਵਾਲਾ ਉਹ ਬੰਦਾ ਓਨੈਸਟ ਹੈ ਜਾਂ ਕਹਿ ਲਓ ਵੀ ਨਹੀਂ ਕਿਸ ਕਿਸਮ ਦਾ ਹੈ। ਦੂਜੀ ਗੱਲ ਹੈ ਵੀ ਤੁਹਾਡਾ ਕਿੰਨਾ ਹੈ, ਇਹ ਸਾਰੀਆਂ ਨੋਟ ਕਰਦੀਆਂ। ਪਰ ਓਵਰਆਲ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਉਹਦੇ 'ਚ ਸਿਸਟਮ ਦੇ ਵਿੱਚ ਕਿੰਨੀ ਜ਼ਿਆਦਾ ਕਰਪਸ਼ਨ ਹੈ ਤੁਹਾਨੂੰ ਪਛਾਣ ਕਰਨੀ ਔਖੀ ਹੋ ਜਾਂਦੀ ਹੈ ਵੀ ਕੌਣ ਜਿਹੜਾ ਆ ਤੁਹਾਡੇ ਵਾਸਤੇ ਜਿਹੜਾ ਆ ਸੱਚ ਤੇ ਜਾਂ ਇਮਾਨਦਾਰੀ ਤੇ ਕਰ ਸਕਦਾ। ਸ਼ੀਸ਼ ਮਿਸ਼ਰਾ ਦੇ ਕੇਸ ਦੇ ਵਿੱਚ ਵੀ ਇਹੀ ਕੁਝ ਹੋਇਆ ਲੱਗਦਾ ਹੈ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਬਹੁਤ ਕੁਝ ਵਿਗੜ ਚੁੱਕਾ ਸਾਡੀ ਸੁਸਾਇਟੀ ਦੇ ਵਿੱਚ, ਤੇ ਇਹ ਸੁਸਾਇਟੀ 'ਚ ਜੋ ਕੁਝ ਵੀ ਵਿਗੜਿਆ ਵੱਖ-ਵੱਖ ਖੇਤਰਾਂ ਦੇ ਵਿਗੜਿਆ, ਉਹਦੇ ਲਈ ਜ਼ਿੰਮੇਵਾਰ ਜੇ ਕੋਈ ਹੈ ਤਾਂ ਸਿੱਧੇ ਤੌਰ ਦੇ ਉੱਤੇ ਜਿਹੜੀ ਪੋਲੀਟੀਕਲ ਕਰਪਸ਼ਨ ਹੈ ਉਹੀ ਹੈ। ਜਿੰਨੀ ਦੇਰ ਤੱਕ ਪੋਲੀਟੀਕਲ ਕਰਪਸ਼ਨ ਨਹੀਂ ਖਤਮ ਹੋਏਗੀ, ਉਨੀ ਦੇਰ ਤੱਕ ਥੱਲੇ ਤੱਕ ਫੈਲੀ ਹੋਈ ਕਰਪਸ਼ਨ ਦਾ ਖਤਮ ਹੋਣ ਦਾ ਮਤਲਬ ਇਹ ਕੋਈ ਨਹੀਂ, ਚਾਹੇ ਤੁਸੀਂ ਲੋਕਪਾਲ ਬਣਾ ਲਓ, ਚਾਹੇ ਤੁਸੀਂ ਜਿੰਨੇ ਮਰਜ਼ੀ ਕਾਨੂੰਨ ਬਣਾ ਲਓ। ਜੀ ਅੱਛਾ, ਮੈਂ ਦਸਾਂਝ ਸਾਹਿਬ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹਾਂ, ਜੇ ਇਸ ਪਾਰਟੀਕੂਲਰ ਆਪਾਂ ਲਖੀਮਪੁਰ ਖੀਰੀ ਵਾਲੇ ਕੇਸ ਦੀ ਹੀ ਗੱਲ ਕਰ ਲਈਏ, ਇਹਦੇ ਉੱਤੇ ਸੁਪਰੀਮ ਕੋਰਟ ਕਾਫੀ ਸਖਤ ਹੋਈ ਸੀ ਤੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਾਰੀ ਇਨਕੁਆਇਰੀ ਹੋ ਰਹੀ ਸੀ। ਤੇ ਜਦੋਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਚੱਲ ਰਿਹਾ ਹੋਵੇ ਕੇਸ,
ਤੇ ਕੀ ਜਿਹੜੀ ਲੋਅਰ ਕੋਰਟ ਜਿੱਥੇ ਕੇਸ ਚੱਲ ਰਿਹਾ ਜਾਂ ਹਾਈ ਕੋਰਟ ਜਿੱਥੇ ਕੇਸ ਚੱਲਿਆ, ਕੋਈ ਸੁਪਰੀਮ ਕੋਰਟ ਸਾਡੀ ਸਰਵਉੱਚ ਅਦਾਲਤ ਹੈ ਤੇ ਉਹਦੀ ਨਿਗਰਾਨੀ ਹੇਠ ਇੱਕ ਜੱਜ ਦੀ ਰਹਿਨੁਮਾਈ ਹੇਠ ਸਾਰੀ ਇਨਕੁਆਇਰੀ ਚੱਲ ਰਹੀ ਤੇ ਡੇ ਟੂ ਡੇ ਨਹੀਂ ਘੰਟੇ ਦੀ ਅਪਡੇਟ ਵੀ ਉਹਨਾਂ ਕੋਲ ਜਾਂਦੀ ਹੋਏਗੀ, ਤੇ ਕੀ ਉਸ ਜਿਹੜੇ ਜੱਜ ਸਾਹਿਬਾਨ ਨੂੰ ਨਿਯੁਕਤ ਕੀਤਾ ਸੁਪਰੀਮ ਕੋਰਟ ਨੇ ਉਹਨਾਂ ਦਾ ਕੋਈ ਰੋਲ ਰਹਿ ਜਾਂਦਾ ਹੈ ਜਦੋਂ ਕੇਸ ਅਦਾਲਤ 'ਚ ਹੁੰਦਾ, ਜਾਂ ਥੱਲੜੀ ਇਨਕੁਆਇਰੀ ਪੁਲਿਸ ਤੱਕ ਹੀ ਉਹਨਾਂ ਦਾ ਸੰਬੰਧ ਹੁੰਦਾ ਹੈ? ਦੇਖੋ, ਮੇਰੇ ਨਾਲ ਸਗੋਂ ਜ਼ਿਆਦਾ ਤੁਸੀਂ ਜਾਣਦੇ ਹੋ ਸਾਰੇ ਮਾਮਲਿਆਂ ਨੂੰ। ਮੇਰਾ ਖਿਆਲ ਹੈ ਕਿ ਜਿਹੜੀ ਨਿਗਰਾਨੀ ਦਾ ਮਾਮਲਾ ਆ ਉਹ ਰੂਟੀਨ ਦੀ ਨਿਗਰਾਨੀ ਉਹ ਤਾਂ ਹੈ, ਪਰ ਜਦੋਂ ਸੁਣਵਾਈ ਤੇ ਕੇਸ ਚਲਾ ਜਾਂਦਾ ਉਦੋਂ ਤਾਂ ਮੇਰਾ ਖਿਆਲ ਦਖਲ ਨਹੀਂ ਹੋਣਾ ਚਾਹੀਦਾ, ਨਾ ਹੀ ਹੁੰਦਾ ਹੋਏਗਾ ਦਖਲ। ਤੇ ਸ਼ਾਇਦ ਜਦੋਂ ਸੁਣਵਾਈ ਆ ਉਦੋਂ ਤਾਂ ਜਿਹੜੇ ਵਕੀਲ ਸਾਹਿਬਾਨ ਨੇ ਦੋਨਾਂ ਧਿਰਾਂ ਦੇ ਉਹੀ ਬਹਿਸ ਕਰਦੇ ਆ, ਤੇ ਜਿਹੜੇ ਮਾਨਯੋਗ ਬੈਂਚ ਹੁੰਦੀ ਹੈ ਉਹ ਬੈਂਚ ਕਰਕੇ ਆਪਣਾ ਡਿਸੀਜਨ ਜਿਹੜਾ ਦਿੰਦੀ ਹੈ। ਉਦੋਂ ਜੇ ਤਾਂ ਸੁਪਰੀਮ ਕੋਰਟ ਕੇਸ ਹੋਵੇ ਤਾਂ ਮਸਲਾ ਹੀ ਵੱਖਰਾ, ਪਰ ਸੁਪਰੀਮ ਕੋਰਟ ਦੀ ਨਿਗਰਾਨੀ ਦਾ ਮਤਲਬ ਸੁਣਵਾਈ ਦੀ ਨਿਗਰਾਨੀ ਨਹੀਂ ਹੋ ਸਕਦਾ, ਮੇਰਾ ਮੰਨਣਾ ਆ। ਬਾਕੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਜਦੋਂ ਜੱਜ ਸਾਹਿਬ ਦੇ ਕੋਲ ਕੇਸ ਪੇਸ਼ ਹੋ ਗਿਆ, ਕੇਸ ਪੇਸ਼ ਹੋਣ ਤੋਂ ਪਹਿਲਾਂ ਜਿਹੜੀਆਂ ਫਾਈਲਾਂ ਬਣਦੀਆਂ ਨੇ, ਜਿਹੜੀਆਂ ਧਰਾਵਾਂ ਲੱਗਦੀਆਂ ਨੇ, ਜਿਹੜੇ ਉਹਦੇ 'ਚ ਗਵਾਹ ਬਣਦੇ ਆ, ਜਿਹੜੇ ਗਵਾਹਾਂ ਦੀਆਂ ਗਵਾਹੀਆਂ ਲੈਣੀਆਂ ਹੁੰਦੀਆਂ ਉਹਨਾਂ ਨੂੰ ਦਰਜ ਕਰਦੀ ਆ ਪੁਲਿਸ, ਤੇ ਉਹ ਸਾਰਾ ਕੁਝ ਜਿਹੜਾ ਉਹਨਾਂ ਦੀ ਨਿਗਰਾਨੀ 'ਚ ਹੁੰਦਾ। ਯਾਨੀ ਕਿ ਕੇਸ ਜਦੋਂ ਤਿਆਰ ਹੋ ਕੇ ਕੋਰਟ ਵਿੱਚ ਪ੍ਰੈਜ਼ੈਂਟ ਕਰਨਾ ਹੁੰਦਾ ਉਦੋਂ ਤੱਕ ਉਹਨਾਂ ਦਾ ਅਧਿਕਾਰ ਹੁੰਦਾ। ਤੇ ਫਿਰ ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਥੱਲੜੇ ਲੈਵਲ ਤੇ ਕੋਈ ਵਕੀਲ, ਕੋਈ ਥਾਣੇਦਾਰ ਜਾਂ ਕੋਈ ਹੋਰ ਬੰਦਾ ਜਿਹੜਾ ਆ ਉਹ ਇੰਨੀ ਜ਼ਰੂਰਤ ਨਹੀਂ ਕਰ ਸਕਦਾ ਕਿ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਹੋ ਰਿਹਾ ਹੋਵੇ ਤੇ ਉਹਦੇ ਵਿੱਚ ਕੋਈ ਗਲਤ ਤਰੀਕੇ ਨਾਲ ਧਾਰਾਵਾਂ ਪਾ ਦੇਵੇ ਤਾਂ ਕਿ ਕੇਸ ਜਿਹੜਾ ਸੌਫਟ ਹੋ ਜਾਏ ਜਾਂ ਕੇਸ ਕਮਜ਼ੋਰ ਹੋ ਜਾਏ ਤੇ ਜਾਂਦੇ ਹੀ ਅਦਾਲਤ 'ਚ ਉਹਨੂੰ ਜ਼ਮਾਨਤ ਮਿਲ ਜੇ। ਇਹੋ ਇਸੇ ਕੰਮ ਲਈ ਤੇ ਸੁਪਰੀਮ ਕੋਰਟ ਦੀ ਨਿਗਰਾਨੀ ਹੁੰਦੀ ਆ। ਦੇਖੋ, ਬੜਾ ਕੁਝ ਫਿਰ ਵੀ ਆਊਟ ਆਫ ਦੀ ਵੇ ਹੁੰਦਾ ਹੈ। ਮੈਂ ਤੁਹਾਨੂੰ ਦੇਖੋ, ਮੈਂ ਉਹ ਗੱਲ ਓਪਨ ਨਹੀਂ ਕਰ ਸਕਦਾ ਕਿਉਂਕਿ ਪਰਸਨਲ ਮਾਮਲੇ ਨੂੰ ਅਸੀਂ ਜਨਤਕ ਨਹੀਂ ਕਰ ਸਕਦੇ, ਪਰ ਇਹ ਹੈ ਵੀ ਮੇਰੇ ਨਾਲ ਹੁਣ ਐਕਸਪੀਰੀਅੰਸ ਜਿਹੜੇ ਹੋ ਰਹੇ ਆ ਉਹਦੇ 'ਚ ਅਸੀਂ ਦੇਖਿਆ ਕਿ ਡਿਸਟ੍ਰਿਕਟ ਅਟਾਰਨੀ ਦਾ ਪਾਸ ਕੀਤਾ ਹੋਇਆ ਜਿਹੜਾ ਚਲਾਨ ਹੈ ਉਸ ਤੋਂ ਬਾਅਦ ਵੀ ਪੁਲਿਸ ਨੇ 161 ਦੇ ਵਿੱਚ 3 ਗਵਾਹ ਪਾਤੇ ਕਾਤਲ ਨੂੰ ਬਚਾਉਣ ਦੇ, ਜਦਕਿ ਪੁਲਿਸ ਦੇ ਨਾਲ ਵੀ ਬਹੁਤ ਸਾਰੇ ਕਹਿ ਲਓ ਵੀ ਏਦਾਂ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਪੁਲਿਸ ਨਾਲ ਵੀ ਰਾਬਤਾ ਸੀਗਾ। ਉਹਦੇ ਬਾਵਜੂਦ ਵੀ ਅਸੀਂ ਤਾਂ ਜੀ ਪੀੜਤ ਦੇ ਨਾਲ ਆ, ਸਰਦੀ ਤੁਹਾਡੇ ਨਾਲ ਹੈ, ਤੇ ਉਹਦੇ ਬਾਵਜੂਦ ਵੀ ਡਿਸਟ੍ਰਿਕਟ ਅਟਾਰਨੀ ਦੇ ਦਸਤਖਤਾਂ ਤੋਂ ਬਾਅਦ ਵੀ ਚਲਾਨ ਦੇ ਉੱਤੇ ਪੇਸ਼ ਕਰਨ ਤੋਂ ਪਹਿਲਾਂ ਚਲਾਨ ਉਹ 161 ਦੇ ਵਿੱਚ ਗਵਾਹ ਪਾਤੇ। ਕੀ ਕਰ ਸਕਦੇ ਆ ਤੁਸੀਂ? ਮਤਲਬ ਸਾਰਾ ਕੁਝ, ਮਤਲਬ ਪੁਲਿਸ ਕਮਿਸ਼ਨਰ ਤੋਂ ਲੈ ਕੇ ਹੇਠਾਂ ਤੱਕ ਸਾਰਿਆਂ ਨਾਲ ਮੁਲਾਕਾਤਾਂ ਤੋਂ ਬਾਅਦ ਵੀ ਵੱਖ-ਵੱਖ ਜਿਹੜੇ ਆਫੀਸਰਸ ਦੇ ਹੇਠ ਉਹ ਜਿਹੜੇ ਹੇਠਲੇ ਅਫਸਰ ਕੰਮ ਕਰਦੇ ਰਹੇ ਆ, ਆਈਓ ਜਿਹੜੇ ਸੀ ਜਾਂ ਹੋਰ, ਉਹਨਾਂ ਸਾਰਿਆਂ ਨਾਲ ਗੱਲਬਾਤ ਤੋਂ ਬਾਅਦ ਵੀ ਮਤਲਬ ਇਹ ਸਾਰਾ ਕੁਝ ਵਾਪਰ ਗਿਆ। ਹੁੰਦਾ ਨਾ ਜੀ, ਦੇਖੋ ਤੁਸੀਂ ਜਿਹੜੀ ਸਿਸਟਮ ਦੇ ਵਿੱਚ ਹੁਣ ਇੱਕ ਹੋਰ ਮਾਮਲਾ ਮੈਂ ਤੁਹਾਨੂੰ ਦੱਸਦਾ ਬਈ, ਜੇਲ੍ਹ ਦੇ ਵਿੱਚ ਵਧੇਰੇ ਸਹੂਲਤਾਂ ਜਿਹੜੀਆਂ VVIP ਸਹੂਲਤਾਂ ਮਿਲਦੀਆਂ ਇੱਥੇ ਬੜੇ ਗੈਂਗਸਟਰ ਦੂਜੇ ਤੀਜੇ, ਉਹਦੇ ਉਸ ਮਾਮਲੇ 'ਚ ਵੀ ਬੜਾ ਇੱਕ ਨਵਾਂ ਐਕਸਪੀਰੀਅੰਸ ਹੋਇਆ। ਹੋਮ ਮਿਨਿਸਟਰੀ ਤੋਂ ਲੈ ਕੇ ADGP ਜੇਲ੍ਹਾਂ ਨੂੰ ਮਿਲਣ ਤੋਂ ਬਾਅਦ ਵੀ ਬਕਾਇਦਾ ਅਰਜ਼ੀਆਂ ਲਾ ਕੇ ਫੇਸ ਟੂ ਫੇਸ ਮਿਲਣ ਤੋਂ ਬਾਅਦ ਵੀ ਭੇਜਿਆ ਗਿਆ ਜਦੋਂ ਵੀ ਹਾਂ ਵੀ ਇਸ ਬੰਦੇ ਨੂੰ ਆਊਟ ਆਫ ਵੇ ਜਿਹੜੀਆਂ VVIP ਸਹੂਲਤਾਂ ਮਿਲਦੀਆਂ, ਤੇ ਉੱਤੋਂ ਬੰਦਾ ਧਮਕੀਆਂ ਦਿੰਦਾ ਜੇਲ੍ਹ ਦੇ ਅੰਦਰੋਂ ਹੀ ਟੈਲੀਫੋਨ ਦੇ ਉੱਤੇ, ਉਹਦੇ ਬਾਵਜੂਦ ਵੀ ਕੋਈ ਕਾਰਵਾਈ ਹੋਣ ਦੀ ਥਾਂ ਦੇ ਉੱਤੇ ਵਾਪਸੀ ਚਿੱਠੀ ਆ ਗਈ ਵੀ ਹਾਂ ਵੀ ਨਹੀਂ ਜੀ ਉਹ ਤਾਂ ਬੰਦਾ ਠੀਕ ਨਹੀਂ ਹੈਗਾ, ਉਹਦੀ ਸਿਹਤ ਠੀਕ ਨਹੀਂ, ਉਹ ਡਿਪਰੈਸ਼ਨ 'ਚ ਫਲਾਣਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਮਤਲਬ ਇਹ ਕਿੱਦਾਂ ਹੋ ਜਾਂਦੀਆਂ? ਮਤਲਬ ਕਾਰਵਾਈ ਦਾ ਮਤਲਬ ਹੈ ਉੱਤੋਂ ਜੋ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਓ, ਹੱਥ ਬਸ ਜਿਹੜਾ ਹੇਠਾਂ ਮਤਲਬ ਸਿੱਧੇ ਤੌਰ ਦੇ ਉੱਤੇ ਡਾਇਰੈਕਟਲੀ ਜਿਹੜਾ ਇਨਵੋਲਵ ਹੈ ਉਹਦੇ ਵਿੱਚ ਆਫੀਸਰ, ਤੇ ਫਿਰ ਉਹ ਥੱਲੇ ਤੱਕ ਉਹ ਸਾਰਾ ਕੁਝ ਸਿਸਟਮ ਹੀ ਇੰਨਾ ਵਿਗੜਿਆ ਹੋਇਆ, ਤੁਸੀਂ ਮਤਲਬ ਹੈਰਾਨ ਹੋ ਜਾਂਦੇ ਹੋ ਸਾਡੇ ਜੀ। ਅੱਛਾ ਦਸਾਂਝ ਸਾਹਿਬ, ਮੈਂ ਦੂਜੀ ਖਬਰ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਉਹ ਇਹ ਆ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸਾਹਿਬ ਨੂੰ ਪੰਜਾਬ ਦੇ ਇੰਚਾਰਜ ਲਾਇਆ, ਸ਼ਾਇਦ ਉਹਨਾਂ ਦਾ ਨਾਮ ਸ਼ਖਾਵਤ ਸਾਹਿਬ ਆ, ਜਿਹੜੇ ਸ਼ਾਇਦ ਰਾਜਸਥਾਨ ਨੂੰ ਬਿਲੋਂਗ ਕਰਦੇ ਆ, ਉਹਨਾਂ ਦਾ ਇੱਕ ਬਿਆਨ ਆਇਆ ਕਿ ਆਉਣ ਵਾਲੇ 2-4 ਦਿਨਾਂ ਦੇ ਵਿੱਚ ਹੀ ਸ਼ਾਇਦ ਜਿਹੜੀ ਕਾਂਗਰਸ ਹੈ ਉਹਦੀ ਹਾਲਤ ਬਹੁਤ ਪਤਲੀ ਹੋ ਜਾਏਗੀ ਜਦੋਂ ਸਾਰੀਆਂ ਚੀਜ਼ਾਂ ED ਦੀਆਂ ਸਾਹਮਣੇ ਆ ਜਾਣੀਆਂ। ਤੇ ਕਿਹਾ ਜਾ ਰਿਹਾ ਹੈ ਕਿ ਆਪਾਂ ਪਹਿਲਾਂ ਇੱਕ ਕੱਲ ਪਰਸੋਂ ਡਿਸਕਸ ਕਰਦੇ ਸੀ ਕਿ ਦੁਬਾਰਾ ਰਿਮਾਂਡ ਸ਼ਾਇਦ ਨਾ ਮਿਲੇ ਹਨੀ ਦਾ, ਜਿਹੜਾ ਭੁਪਿੰਦਰ ਹਨੀ ਆ, ਚਰਨਜੀਤ ਦਾ ਭਾਣਜਾ, ਉਹਨੂੰ 3 ਦਿਨ ਦਾ ਰਿਮਾਂਡ ਫਿਰ ਮਿਲ ਗਿਆ ਸੀ। ਤੇ ਕਾਫੀ ਕੁਝ ਇਹ ਕਲੇਮ ਕੀਤਾ ਜਾਂਦਾ ED ਵੱਲੋਂ ਕਿ ਉਹਨੇ ਚੀਜ਼ਾਂ ਨੂੰ ਮੰਨ ਲਿਆ ਕਿ ਅਸੀਂ ਇਹ ਕੀਤਾ। ਖਾਸ ਕਰਕੇ ਜਿਹੜੇ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਇਸ ਪੀਰੀਅਡ ਦੇ ਦੌਰਾਨ,
ਉਹਨਾਂ ਦੇ ਵੱਲੋਂ ਜਿਹੜਾ ਪੈਸਾ ਦਿੱਤਾ ਸੀ 10 ਕਰੋੜ ਉਹਨੇ ਨਿਸ਼ਾਨਦੇਹੀ ਕੀਤੀ ਕਿ ਉਹ ਪੈਸਾ ਹੈ। ਤੇ ਹੁਣ ਇਹ ਕਹਿ ਰਹੇ ਨੇ ਸ਼ੇਖਾਵਤ ਸਾਹਿਬ ਵੀ ਉਹਦੇ ਵਿੱਚ ਜਿਹੜੇ ਅਫਸਰਾਂ ਨੇ ਇਹ ਪੈਸਾ ਦਿੱਤਾ ਕਦੋਂ ਕਦੋਂ ਉਸ ਵਿਅਕਤੀ ਨੂੰ ਮਿਲਦੇ ਰਹੇ ਤੇ ਅੱਗੇ ਉਹ ਕਿਸ ਤਰੀਕੇ ਨਾਲ ਇਹ ਕੰਮ ਕਰਾਉਂਦਾ ਰਿਹਾ, ਉਹ ਸਾਰੇ ਭੇਦ ਬੜੀ ਛੇਤੀ ਜ਼ਾਹਰ ਹੋਣ ਵਾਲੇ ਨੇ। ਤੇ ਉਹ ਅਫਸਰ ਵੀ ਜਿਹੜਾ ਵਾ ਉਹ ਕਾਨੂੰਨ ਦੇ ਡਿੱਕੇ 'ਚ ਆਉਣਗੇ ਤੇ ਜਿਹੜੇ ਕੁਝ ਹੋਰ ਮੰਤਰੀਗਣ ਜਾਂ ਜਿਹੜੇ ਲੋਕਾਂ ਨੇ ਇਹ ਮਿਲ ਮਿਲਾ ਕੇ ਸਭ ਕੀਤਾ ਉਹਨਾਂ ਦਾ ਵੀ ਪਰਦਾ ਫਾਸ਼ ਹੋ ਸਕਦਾ ਹੈ। ਸ਼ਾਇਦ ਇਸ ਇਲੈਕਸ਼ਨ ਤੋਂ ਪਹਿਲਾਂ ਇਹ ਹੋਵੇ ਜਿਹਦਾ ਨੁਕਸਾਨ ਜਿਹੜਾ ਆ ਉਹ ਕਾਂਗਰਸ ਨੂੰ ਚੁਕਾਉਣਾ ਪੈ ਸਕਦਾ ਹੈ। ਤੇ ਦੂਜੇ ਪਾਸੇ ਅੱਜ ਕੈਪਟਨ ਸਾਹਿਬ ਦਾ ਬਿਆਨ ਆਇਆ ਕਿ ਮੈਂ ਸਿਆਸਤ ਤੋਂ ਉਨਾ ਚਿਰ ਰਿਟਾਇਰ ਨਹੀਂ ਹੋਵਾਂਗਾ ਜਿੰਨਾ ਚਿਰ ਚੰਨੀ ਵਰਗੇ ਭ੍ਰਿਸ਼ਟ ਵਿਅਕਤੀ ਜਿਹੜੇ ਆ ਉਹ ਪਾਵਰ 'ਚ ਬੈਠੇ ਨੇ। ਉਹਨਾਂ ਹੈਰਾਨਗੀ ਪ੍ਰਗਟ ਕੀਤੀ ਕਿ ਐਸੇ ਭ੍ਰਿਸ਼ਟ ਵਿਅਕਤੀ ਨੂੰ ਜਿਹਨੂੰ ਗਰੀਬ ਕਹਿ ਕੇ ਅੱਗੇ ਲਿਆਂਦਾ ਗਿਆ ਉਹਨੂੰ ਕਿਸ ਤਰ੍ਹਾਂ ਪੰਜਾਬ ਦਾ ਸੀਐਮ ਬਣਾਇਆ ਜਾ ਸਕਦਾ। ਦੇਖੋ, ਨੰਬਰ ਇੱਕ ਤਾਂ ਗਜੇਂਦਰ ਸ਼ੇਖਾਵਤ ਨੇ ਰਾਜਸਥਾਨ ਤੋਂ ਜਿਹੜੇ ਕੇਂਦਰੀ ਮੰਤਰੀ ਹੈ ਜਿਨ੍ਹਾਂ ਨੂੰ ਇੰਚਾਰਜ ਲਾਇਆ ਗਿਆ ਜੀ। ਦੇਖੋ, ਕੁਝ ਨਾ ਕੁਝ ਹੋ ਸਕਦਾ, ਪੋਸੀਬਿਲਿਟੀ ਹੈ ਕਿ 14 ਤਰੀਕ ਦੀ ਜਿਹੜੀ ਪਹਿਲੀ ਫੇਰੀ ਹੈਗੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਵਿੱਚ, ਉਸ ਤੋਂ ਬਾਅਦ 16 ਤੇ ਫਿਰ 17 ਨੂੰ ਹੋਣਾ। ਭਾਰਤੀ ਜਨਤਾ ਪਾਰਟੀ ਕੁਝ ਤਾਂ ਜ਼ਰੂਰ ਯੋਜਨਾਬੰਦੀ 'ਚ ਲੱਗੀ ਹੋਈ ਹੈ ਕਿ 14 ਤੋਂ ਪਹਿਲਾਂ ਪੰਜਾਬ ਦੇ ਵਿੱਚ ਕੁਝ ਚੀਜ਼ਾਂ ਇੱਦਾਂ ਕਰ ਦਿੱਤੀਆਂ ਜਾਣ ਜਿਹਦਾ ਲਾਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ 'ਚ ਸਾਫ਼-ਸਾਫ਼ ਨਜ਼ਰ ਵੀ ਆਵੇ ਤੇ ਉਹ ਰੈਲੀ ਦੇ ਵਿੱਚ ਉਹ ਗੱਲਾਂ ਕਰਕੇ ਵੱਡਾ ਹਮਲਾ ਕਾਂਗਰਸ ਪਾਰਟੀ ਤੇ ਕਰ ਸਕਣ। ਪੋਸੀਬਿਲਿਟੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਰਾਹੀਂ ਜਾਂ ਬਾਕੀ ਏਜੰਸੀਆਂ ਰਾਹੀਂ ਕੁਝ ਹੋਰ ਕਾਰਵਾਈਆਂ ਵੀ 1-2 ਦਿਨਾਂ ਦੇ ਸਾਡੇ ਸਾਹਮਣੇ ਆਉਣ। ਕਾਂਗਰਸ ਪਾਰਟੀ ਦੇ ਅੰਦਰ ਵੀ ਜਿਹੜੇ ਲੋਕ ਬੈਠੇ ਆ ਉਹਨਾਂ 'ਚ ਵੀ ਦੇਖੋ, ਜੇ ਕੈਪਟਨ ਅਮਰਿੰਦਰ ਕਹਿੰਦੇ ਸੀ ਮੇਰੇ ਕੋਲ ਫਾਈਲ ਹੈ, ਮੈਂ ਫਾਈਲ ਦਿੱਤੀ ਹੋਈ ਹੈ, ਤੇ ਫਿਰ ਇਹਦਾ ਮਤਲਬ ਹੈ ਕਿ ਕੁਝ ਲੋਕ ਨਿਸ਼ਾਨੇ ਤੇ ਲਏ ਜਾ ਸਕਦੇ ਜਿਹਦੇ ਕਰਕੇ ਸ਼ਾਇਦ ਉਹ ਇਹ ਦਾਅਵਾ ਕਰ ਰਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਹਲਚਲ ਮਚੇਗੀ। ਸੋ ਸ਼ਾਇਦ 14 ਤੋਂ ਪਹਿਲਾਂ ਏਦਾਂ ਦੀ ਕੋਈ ਗੱਲ ਹੋ ਸਕਦੀ ਹੈ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕਹਿਣਾ ਇਸ ਤਰ੍ਹਾਂ ਦੇ ਭ੍ਰਿਸ਼ਟ ਮੰਤਰੀ ਨੂੰ ਮਤਲਬ ਬੰਦੇ ਨੂੰ ਹੈਰਾਨੀ ਹੈ ਕਿ ਮੁੱਖ ਮੰਤਰੀ ਕਿਉਂ ਬਣਾ ਦਿੱਤਾ ਗਿਆ। ਉਹਨਾਂ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਪੌਣੇ 5 ਸਾਲ ਉਹਨਾਂ ਨੇ ਵੀ ਉਹਨੂੰ ਕੈਬਨਿਟ ਮੰਤਰੀ ਰੱਖਿਆ। ਪੌਣੇ 5 ਸਾਲ ਚਰਨਜੀਤ ਸਿੰਘ ਚੰਨੀ ਨੂੰ ਕੈਬਨਿਟ ਮਿਨਿਸਟਰ ਵੀ ਕੈਪਟਨ ਅਮਰਿੰਦਰ। ਜੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਦੇ ਨਾਂ ਦੇ ਉੱਤੇ ਗੁਰਮੀਤ ਉਹਦਾ ਰਾਣਾ ਗੁਰਜੀਤ ਦੀ ਜਿਹੜੀ ਮਿਨਿਸਟਰੀ ਖੋਈ ਜਾ ਸਕਦੀ ਸੀ, ਜੇ ਚ ਰਾਹੁਲ ਗਾਂਧੀ ਦੀ ਮਰਜ਼ੀ ਵੀ ਸ਼ਾਮਲ ਸੀ, ਤੇ ਫਿਰ ਚਰਨਜੀਤ ਸਿੰਘ ਚੰਨੀ ਵਰਗੇ ਭ੍ਰਿਸ਼ਟ ਜਿਹੜੇ ਮੰਤਰੀ ਉਹਨਾਂ ਦੀ ਆਪਣੀ ਦੇ ਵਿੱਚ ਸੀਗੇ, ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਆ? ਉਹਦੇ ਤੇ ਜ਼ਿੰਮੇਵਾਰ ਸਿੱਧੇ ਤੌਰ ਤੇ ਫਿਰ ਕੈਪਟਨ ਅਮਰਿੰਦਰ ਵੀ ਬਣਦੇ ਆ, ਮੰਤਰੀ ਸੀਗੇ। ਉਹਨਾਂ ਨੇ ਆਪਣੀ ਕੈਬਨਿਟ 'ਚ ਪੌਣੇ 5 ਸਾਲ ਉਹਨੂੰ ਕਿਉਂ ਰੱਖਿਆ? ਦੂਜੀ ਗੱਲ ਇਹ ਹੈ ਕਿ ਹੁਣ ਰਾਣਾ ਗੁਰਜੀਤ ਵਰਗਾ ਬੰਦਾ ਜਿਹੜਾ ਆ ਕਿ ਉਹਦੇ ਤੋਂ ਸਾਰੇ ਦੋਸ਼ ਖਤਮ ਹੋ ਗਏ ਸੀ ਵੀ ਉਹ ਕੈਪਟਨ ਅਮਰਿੰਦਰ ਤੋਂ ਜਾਣ ਤੋਂ ਬਾਅਦ ਜਿਹੜੀ ਨਵੀਂ ਵਜ਼ਾਰਤ ਬਣਦੀ ਹੈ ਤੇ ਉਹਦੇ 'ਚ ਰਾਣਾ ਗੁਰਜੀਤ ਨੂੰ ਵੀ ਲੈ ਲਿਆ ਜਾਂਦਾ। ਸੋ ਬੜਾ ਕੁਝ ਏਦਾਂ ਦਾ ਆ ਜਿਹੜਾ ਰਲਮਾ ਮਿਲਮਾ ਜਿਹਾ ਇੱਥੇ ਚੱਲ ਰਿਹਾ ਹੈ। ਇਸ ਵੇਲੇ ਜਦੋਂ ਆਪਾਂ ਕੇਂਦਰੀ ਏਜੰਸੀਆਂ ਦੀ ਚਰਚਾ ਕਰਦੇ ਹਾਂ ਤੇ ਚੰਨੀ ਹੋਰਾਂ ਤੇ ਜਾਂ ਚੰਨੀ ਦੇ ਭਾਣਜੇ ਤੇ ਜਾਂ ਬਾਕੀ ਲੋਕਾਂ ਤੇ, ਉਸ ਤੋਂ ਪਹਿਲਾਂ ਸੁਖਪਾਲ ਖਹਿਰੇ ਤੇ ਕੁਝ ਨਾ ਕੁਝ ਕਾਰਵਾਈਆਂ ਸਾਡੇ ਸਾਹਮਣੇ ਆਉਂਦੀਆਂ। ਕੀ ਕੋਈ ਦੱਸ ਸਕਦਾ ਹੈ ਕਿ ਰਾਣਾ ਆਪਣੇ ਕੈਪਟਨ ਅਮਰਿੰਦਰ ਦੇ ਬੇਟੇ ਰਾਣਿੰਦਰ ਉੱਪਰ ਜਿਹੜੀ ਕਾਰਵਾਈ ਈਡੀ ਦੀ ਚੱਲਦੀ ਸੀ ਉਹ ਕਿਉਂ ਰੁਕੀ ਹੋਈ ਹੈ, ਜਾਂ ਰਾਣਾ ਗੁਰਜੀਤ ਦੇ ਖਿਲਾਫ ਕੋਈ ਕਾਰਵਾਈ ਹੁਣ ਕਿਉਂ ਨਹੀਂ ਹੋ ਰਹੀ? ਸੋ ਇਹ ਇੰਟਰਕਨੈਕਟਡ ਹੈ ਸਾਰਾ ਕੁਝ। ਸੱਤਾ ਜਿਹਦੇ ਹੱਥ ਹੈ ਆਪਣੀ ਮਰਜ਼ੀ ਦੇ ਨਾਲ ਉਸ ਵਰਤੋਂ ਜਾਂ ਦੁਰਵਰਤੋਂ ਉਹ ਕਰਦੇ ਨੇ ਤੇ ਉਹ ਦਿਖਾਈ ਦੇ ਰਿਹਾ। ਟਾਈਮਿੰਗ ਬੜੀ ਇੰਪੋਰਟੈਂਟ ਹੈ। ਕਈ ਵਾਰੀ ਇਹ ਹੁੰਦਾ ਕਿ ਤੁਸੀਂ ਜਿਹਦੇ ਤੇ ਹਮਲਾ ਕਰਦੇ ਹੋ, ਹਮਲਾ ਜਿਹਦੇ ਤੇ ਹੁੰਦਾ ਹੈ ਉਹਦਾ ਕਈ ਵਾਰੀ ਨੁਕਸਾਨ ਤਾਂ ਹੋ ਜਾਂਦਾ ਹੈ ਫੌਰੀ ਤੌਰ ਦੇ ਉੱਤੇ, ਪਰ ਕਈ ਵਾਰੀ ਰਿਵਰਸ ਵੀ ਹੋ ਜਾਂਦਾ ਹੈ। ਕਈ ਵਾਰੀ ਲੋਕਾਂ ਦੀ ਹਮਦਰਦੀ ਵੀ ਜੁੜ ਜਾਂਦੀ ਹੈ ਵੀ ਇਹ ਤਾਂ ਚੋਣਾਂ ਬਿਲਕੁਲ 4 ਦਿਨ ਰਹਿ ਗਏ ਵੋਟਾਂ ਪੈਣ ਦੇ ਵਿੱਚ, ਜਾਣਬੁੱਝ ਕੇ ਇਦਾਂ ਦਾ ਮਾਹੌਲ ਕ੍ਰੀਏਟ ਕਰਨ ਵਾਸਤੇ ਇਹਨਾਂ ਤੇ ਇਹ ਸਾਰਾ ਕੁਝ ਕੀਤਾ ਗਿਆ। ਉਹ ਜਿਹੜਾ ਇੱਕ ਰਿਵਰਸ ਫੈਕਟਰ ਹੈ ਜਿਹੜਾ, ਉਹ ਵੀ ਕਈ ਵਾਰੀ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਗੁਰਮੀਤ ਰਾਮ ਰਹੀਮ ਦੀ ਜਿਹੜੀ ਰਿਹਾਈ ਹੈ, ਗੁਰਮੀਤ ਰਾਮ ਰਹੀਮ ਦੀ ਰਿਹਾਈ 21 ਦਿਨ ਵਾਸਤੇ, ਉਹਦੇ ਵਾਸਤੇ ਬੀਜੇਪੀ ਨੇ ਤਾਂ ਇਹ ਸੋਚਿਆ ਵੀ ਸਾਡਾ ਦੇਖੋ ਜੀ ਡੇਰਾ ਪ੍ਰੇਮੀ ਜਿਹੜੇ ਆ ਇਕੱਠੀ ਵੋਟ ਪੈ ਜਾਏਗੀ। ਹਾਲੇ ਚਲੋ ਉਹਨਾਂ ਨੇ ਫੈਸਲਾ ਵੀ ਨਹੀਂ ਕੀਤਾ ਇਸ ਗੱਲ ਦਾ, ਫੈਸਲਾ ਲਗਭਗ ਬੀਜੇਪੀ ਦੇ ਹੱਕ 'ਚ ਭਾਵੇਂ ਹੋਣਾ ਹੋਵੇ, ਪਰ ਪੰਜਾਬ ਦੇ ਵਿੱਚ ਇਸ ਗੱਲ ਦੀ ਇੰਨੀ ਜ਼ਿਆਦਾ ਚਰਚਾ ਹੋ ਗਈ ਹੈ ਵੀ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੋਣ ਦੀ ਥਾਂ ਨੁਕਸਾਨ ਹੋ ਰਿਹਾ। ਸੋ ਜਿਹੜਾ ਸੋਚਿਆ ਸੀ ਫਾਇਦਾ ਉਹ ਨੁਕਸਾਨ 'ਚ ਤਬਦੀਲ ਹੋ ਰਿਹਾ। ਇਸੇ ਕਰਕੇ ਉਹਦਾ ਇੱਕ ਤੋੜ ਲੱਭਿਆ ਜਾ ਰਿਹਾ ਹੈ
ਜਿਹੜੀਆਂ ਅੰਦਰ ਖਾਤੇ ਖਬਰਾਂ ਰਹੀਆਂ ਹੈ ਕਿ 14 ਤਰੀਕ ਦੀ ਜਿਹੜੀ ਪ੍ਰਧਾਨ ਮੰਤਰੀ ਦੀ ਫੇਰੀ ਹੈ ਉਸ ਤੋਂ ਪਹਿਲਾਂ ਸਿੱਖ ਬੰਦੀਆਂ ਦੀ ਰਿਹਾਈ ਦਾ ਵੀ ਕੋਈ ਨਾ ਕੋਈ ਕਾਰਡ ਖੇਡਿਆ ਜਾ ਸਕਦਾ ਹੈ, ਤਾਂ ਜੋ ਜਿਹੜੀ ਇੱਕ ਨੈਗੇਟਿਵ ਜਿਹੜੀ ਇੱਕ ਚਰਚਾ ਚੱਲ ਪਈ ਹੈ ਬੀਜੇਪੀ ਦੇ ਖਿਲਾਫ ਉਹਨੂੰ ਪੋਜ਼ਿਟਿਵ ਕੀਤਾ ਜਾਵੇ। ਪ੍ਰਧਾਨ ਮੰਤਰੀ ਤਾਂ ਬੜੇ ਐਲੀਨੇਟ ਹੈ ਸਿੱਖ ਭਾਈਚਾਰੇ ਪ੍ਰਤੀ, ਕਮਿਊਨਿਟੀ ਪ੍ਰਤੀ, ਸਿੱਖ ਧਰਮ ਪ੍ਰਤੀ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਕਹੀਆਂ ਵੀ ਮੇਰੀਆਂ ਤਾਂ ਬਹੁਤ ਇਮੋਸ਼ਨਸ ਜਿਹੜੇ ਆ ਸਿੱਖ ਧਰਮ ਦੇ ਨਾਲ ਜੁੜੇ ਹੋਏ ਆ। ਪੰਜਾਬ ਦੀਆਂ ਬੜੀਆਂ ਉਦਾਹਰਨਾਂ ਦਿੱਤੀਆਂ ਵੀ ਪੰਜਾਬੀ ਬੜੇ ਚੰਗੇ ਹੁੰਦੇ ਆ, ਸਿੱਖ ਬੜੇ ਚੰਗੇ ਹੁੰਦੇ ਆ। ਮੈਂ ਇੱਕ ਵਾਰ ਬਹੁਤ ਦੇਰ ਪਹਿਲਾਂ ਇੱਕ ਪੰਜਾਬ ਦੇ ਵਿੱਚ ਤਰਨਤਾਰਨ ਤੋਂ ਆ ਰਿਹਾ ਸੀ ਮੋਗੇ ਵੱਲ ਨੂੰ, ਤੇ ਰਸਤੇ 'ਚ ਗੱਡੀ ਖਰਾਬ ਹੋ ਗਈ ਤੇ ਉੱਥੇ ਖੇਤਾਂ 'ਚ ਕੰਮ ਕਰਦੇ 3 ਕਿਸਾਨ ਭੱਜੇ ਆਏ, ਉਹਨਾਂ ਨੇ ਵੀ ਸਾਡੀ ਮਦਦ ਕੀਤੀ। ਫਿਰ ਆਪਣੇ ਖੇਤਾਂ 'ਚ ਆਪਣੇ ਘਰ 'ਚ ਵੀ ਲੈ ਗਏ, ਰਾਤ ਸਾਨੂੰ ਰੱਖਿਆ ਤੇ ਸਵੇਰੇ ਅਸੀਂ ਉੱਥੋਂ ਵਿਦਾ ਹੋਏ। ਉਹ ਏਦਾਂ ਦੀਆਂ ਤਰੀਫਾਂ ਬੜੀਆਂ ਕਰ ਰਹੇ ਨੇ। ਤੇ ਇਹਦਾ ਮਤਲਬ ਹੈ ਕਿ ਭਾਵੇਂ ਦਵਿੰਦਰਪਾਲ ਭੁੱਲਰ ਦੀ ਜਿਹੜੀ ਫਾਈਲ ਹੈ ਉੱਤੇ ਸਾਈਨ ਤਾਂ ਅਰਵਿੰਦ ਕੇਜਰੀਵਾਲ ਨੇ ਕਰਨੇ ਆ, ਪਰ ਅਰਵਿੰਦ ਕੇਜਰੀਵਾਲ ਤੇ ਵੀ ਕੁਐਸਚਨ ਉੱਠ ਰਿਹਾ। ਇਸ ਕਰਕੇ ਹੋ ਸਕਦਾ ਉਹ ਵੀ ਇਹ ਕਾਰਡ ਖੇਡਣ ਦੇ ਵਿੱਚ ਸ਼ਾਮਲ ਰਹਿਣ ਭਾਰਤੀ ਜਨਤਾ ਪਾਰਟੀ ਦੇ ਨਾਲ। ਤੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀਆਂ ਗੱਲਾਂ ਵੀ ਚੱਲਦੀਆਂ। ਸੋ ਬੜਾ ਕੁਝ ਏਦਾਂ ਦਾ ਹੈ ਜਿਹੜੀ ਦਿਖਾਈ ਨਹੀਂ ਦਿੰਦਾ ਤੇ ਉਹ ਕਰਨ ਦੀ ਤਿਆਰੀ ਹੁੰਦੀ ਹੈ ਜੀ। ਦੋਸਾਂਝ ਸਾਹਿਬ, ਤੁਸੀਂ ਕਿਹਾ ਕਿ ਜਿਹੜਾ ਰਾਮ ਰਹੀਮ ਵਾਲਾ ਕੇਸ ਆ ਇਹ 'ਚ 2 ਸਵਾਲ ਉਠਾਏ ਤੁਸੀਂ। ਇੱਕ ਤਾਂ ਟਾਈਮਿੰਗ ਦਾ, ਤੇ ਦੂਸਰਾ ਇਹ ਕਿ ਉਹਦੀ ਨੈਗੇਟਿਵ ਚਰਚਾ ਸ਼ੁਰੂ ਹੋ ਗਈ। ਇਹਦੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਸਾਨੂੰ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ। ਪਰ ਦੂਜੇ ਪਾਸੇ ਕਿਹਾ ਤੇ ਇਹ ਜਾਂਦਾ ਹੈ ਕਿ ਜਿਹੜੀ ਡੇਰੇ ਦੀ ਵੋਟ ਹੈ, ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀ ਦੋਨੇ ਭਰਾ ਮਿਲ ਕੇ, ਕਿ ਜਿਹੜੀ ਡੇਰੇ ਦੀ ਵੋਟ 22ਵੀਂ ਵੋਟ ਹੁੰਦੀ ਆ, ਜਿਹਦਾ ਕਰਕੇ ਲਿਲਕੜੀਆਂ ਕੱਢਦੇ ਨੇ ਇਹ ਜਿਹੜੇ ਲੀਡਰ ਲੋਕ ਡੇਰਿਆਂ ਦੇ ਅੱਗੇ ਜਾ ਕੇ। ਉਹਦਾ ਕਾਰਨ ਇਹੋ ਹੀ ਹੁੰਦਾ ਕਿ ਉਹਨਾਂ ਦੇ ਇੱਕ ਇਸ਼ਾਰੇ 'ਤੇ ਉਹਨਾਂ ਦੇ ਫਾਲੋਅਰ ਜਿਹੜੇ ਆ, ਜਿਨ੍ਹਾਂ ਨੂੰ ਤੁਸੀਂ ਉਦੋਂ ਸ਼ਬਦ ਵਰਤਿਆ ਸੀ ਇੱਕ ਸ਼ੇਰ ਦੇ ਰੂਪ 'ਚ, ਜਿਨ੍ਹਾਂ ਦੇ ਸਿਰ ਨਹੀਂ ਹੁੰਦਾ, ਜਿਨ੍ਹਾਂ ਦੀ ਸ਼ਰਧਾ ਵਾਲੇ ਲੋਕ ਆ, ਤੇ ਉਹ ਬਿਨਾਂ ਸਿਰ ਵਾਲੇ ਲੋਕ ਜਿਹੜੇ ਆ ਉਹ ਤੇ ਇਸ਼ਾਰਾ ਹੀ ਡੀਕਦੇ ਆ। ਤੇ ਚਰਚਾ ਭਾਵੇਂ ਕੋਈ ਚੱਲਦੀ ਰਹੇ, ਵੋਟ ਤੇ ਉੱਥੇ ਭੁਗਤਣੀ ਆ ਨਾ। ਫਿਰ ਇਹਦਾ ਬੀਜੇਪੀ ਨੂੰ ਕੀ ਫਰਕ ਪਊਗਾ? ਜੇਕਰ ਆਪਾਂ ਕਹੀਏ ਕਿ ਉਹ ਨੈਗੇਟਿਵ ਚਰਚਾ ਤੋਂ ਡਰ ਗਏ, ਨੈਗੇਟਿਵ ਚਰਚਾ ਕਰੀ ਜਾਣ ਵਿਰੋਧੀ, ਕਰੀ ਜਾਣ ਸਿੱਖ ਜਥੇਬੰਦੀਆਂ, ਕਰੀ ਜਾਣ ਹੋਰ ਜਥੇਬੰਦੀਆਂ, ਪਰ ਜਿਹੜੀ ਡੇਰਾ ਪ੍ਰੇਮੀਆਂ ਦੀ ਵੋਟ ਹੈ, ਬਿਨ ਸਿਰ ਵਾਲਿਆਂ ਦੀ ਵੋਟ, ਉਹ ਤੇ ਉਹਨਾਂ ਨੂੰ ਪੈ ਜਾਣੀ ਆ ਨਾ ਜੀ। ਉਹ ਤੇ ਉਹਨਾਂ ਨੂੰ ਪਤਾ ਹੈ ਜਿਹੜੇ ਕਰਕੇ ਅਸੀਂ ਇਹ ਗੇਮ ਖੇਡੀ ਆ ਇਹ ਹੋ ਜਾਣੀ ਆ। ਤੇ ਇਹਦੇ ਨਾਲ ਜੁੜਵਾ ਮੇਰਾ ਦੂਜਾ ਸਵਾਲ ਇਹ ਆ, ਆਪਾਂ ਜਦੋਂ ਡਿਸਕਸ ਕਰਦੇ ਆ, ਵੈਸੇ ਤਾਂ ਕਹਿੰਦੇ ਇਹ ਆ ਲੋਕ ਕਿ ਸਿਆਣੇ ਤੇ ਚਾਤਰ ਲੋਕ ਹਕੂਮਤਾਂ ਕਰਦੇ ਨੇ ਤੇ ਮੂਰਖ ਲੋਕ ਉਹਨਾਂ ਤੇ ਬਹਿਸਾਂ ਕਰਦੇ ਨੇ, ਜਿਹੜੀਆਂ ਅਸੀਂ ਰੋਜ਼ ਕਰਦੇ ਆ। ਤੇ ਇੱਕ ਗੱਲ ਇਹ ਵੀ ਬੜੀ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਮੂਰਖ ਲੋਕ ਘਰ ਬਣਾਉਂਦੇ ਤੇ ਸਿਆਣੇ ਲੋਕ ਉਹਨਾਂ 'ਚ ਰਹਿੰਦੇ ਜਾ ਕੇ। ਤੇ ਇਹੋ ਹੀ ਗੱਲ ਰਾਜਨੀਤੀ ਤੇ ਕਹੀ ਜਾਂਦੀ ਆ ਕਿ ਜਿਹੜੇ ਦਿਨ ਭਰ ਮੰਥਨ ਕਰਦੇ ਆ ਉਹ ਮੂਰਖ ਤੋਂ ਵੱਧ ਹੋਰ ਕੁਝ ਵੀ ਨਹੀਂ, ਕਿਉਂਕਿ ਉਹਨਾਂ ਦੇ ਹੱਥ 'ਚ ਹੁੰਦਾ ਹੀ ਕੱਖ ਨਹੀਂ ਬਦਲਣ ਲਈ, ਸਿਰਫ ਚਰਚਾ ਹੀ ਕਰਦੇ ਆ। ਤੇ ਜਿਹੜੇ ਸ਼ਾਤਰ ਲੋਕ ਆ ਉਹ ਆਪਣੇ ਦਾ ਪੇਚਾਂ ਰਾਹੀਂ ਆਪਣੀ ਉਹ ਗੱਦੀ ਜਿਹੜੀ ਆ ਉਹਨੂੰ ਪਰਪੱਕ ਰੱਖਦੇ ਆ। ਤੇ ਕਹਿਣਾ ਮੈਂ ਇਹ ਚਾਹ ਰਿਹਾ ਸੀਗਾ ਇਹ ਸਾਰੇ ਦੇ ਦੌਰਾਨ ਕਿ ਜਦੋਂ ਟਾਈਮਿੰਗ ਦਾ ਮਸਲਾ ਬਾਰ-ਬਾਰ ਅਸੀਂ ਉਠਾਉਂਦੇ ਆ, ਤੇ ਜਿਹੜਾ ਭਾਰਤ ਦੀ ਨਿਆਂ ਪ੍ਰਣਾਲੀ ਆ, ਜਿੱਤੇ ਆਪਾਂ ਹੁਣੇ ਥੋੜ੍ਹੀ ਜਿਹੀ ਪਹਿਲਾਂ ਵੀ ਚਰਚਾ ਕਰਕੇ ਹਟੇ ਆ, ਜੱਜ ਸਾਹਿਬਾਨ ਨੇ, ਉਹਨਾਂ ਨੂੰ ਨਹੀਂ ਇਹ ਚੀਜ਼ ਦਿਖਦੀ ਹੁੰਦੀ। ਜਦੋਂ ਕਹਿੰਦੇ ਅਖਬਾਰ 'ਚ ਖਬਰ ਛਪ ਗਈ ਤੇ ਇੱਕ ਸੂਓ ਮਾਟੋ ਨੋਟਿਸ ਲੈ ਲਿਆ ਜੀ ਕੋਰਟ ਨੇ, ਤੇ ਕੋਰਟ ਨੂੰ ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਵੀ ਕਿਹੜੇ ਟਾਈਮ ਤੇ ਕੀ ਕਰ ਰਹੀਆਂ ਨੇ ਇਹ ਹਾਕਮ ਪਾਰਟੀਆਂ, ਉਦੋਂ ਉਹਨਾਂ ਨੂੰ ਨੋਟਿਸ ਲੈਣਾ ਕਿਉਂ ਭੁੱਲ ਜਾਂਦਾ? ਨੰਬਰ 1 ਤਾਂ ਇਹ ਆ ਵੀ ਜਿਹੜੀ ਤੁਸੀਂ ਗੁਰਮੀਤ ਰਾਮ ਰਹੀਮ ਦੇ ਹਵਾਲੇ ਨਾਲ ਗੱਲ ਕੀਤੀ ਆ, ਦੇਖੋ ਇਹ ਗੱਲ ਠੀਕ ਹੈ ਵੀ ਜਿਨ੍ਹਾਂ ਦੇ ਸਿਰ ਨਹੀਂ ਹੁੰਦੇ, ਇਹਦਾ ਆਪਾਂ ਚਰਚਾ ਵੀ ਕਰ ਵੀ ਚੁੱਕੇ ਆ ਵੀ ਇੱਕ ਇਸ਼ਾਰੇ ਦੇ ਉੱਤੇ ਜਿਹੜੀ ਆ ਜਿਹੜੇ ਪ੍ਰੇਮੀ ਆ ਉਹ ਵੋਟ ਕਰਦੇ ਆ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਵੀ ਕਿਹੜੀ ਧਿਰ ਕਿਹੜੀ ਕਿੱਦਾਂ ਆ। ਬਸ ਉਹਨਾਂ ਨੂੰ ਤਾਂ ਆਪਣੇ ਗੁਰੂ ਜੀ ਦਾ ਹੁਕਮ ਚਾਹੀਦਾ ਹੈ ਤੇ ਹੁਕਮ ਦੇ ਬੱਧੇ ਹੁੰਦੇ ਆ। ਪਰ ਨਾਲ ਇਹ ਵੀ ਤੱਥ ਹੈ ਕਿ ਕਈ ਵਾਰੀ ਕਾਊਂਟਿੰਗ ਰੌਂਗ ਹੋ ਜਾਂਦੀ ਹੈ। ਅਸੀਂ ਕਾਊਂਟਿੰਗ ਜਿਹੜੀ ਕਰਦੇ ਆ ਵੀ ਇੰਨੇ ਲੱਖ ਵੋਟ ਆ ਜੀ ਡੇਰੇ ਦੀ, ਉਹ ਅਸੀਂ ਅਸਲ ਦੇ ਵਿੱਚ ਪਰਿਵਾਰ ਉਹਦੇ ਵਿੱਚ ਸ਼ਾਮਲ ਕਰ ਦਿੰਦੇ ਹਾਂ। ਮੰਨ ਲਓ ਇੱਕ 4 ਮੈਂਬਰੀ ਪਰਿਵਾਰ ਹੈ, 4 ਮੈਂਬਰੀ ਪਰਿਵਾਰ ਹੈ, ਉਹਦੇ 'ਚ ਹੋ ਸਕਦਾ ਕਿ ਜਿਹੜੀ ਬਜ਼ੁਰਗ ਔਰਤ ਹੈ ਜਾਂ ਬਜ਼ੁਰਗ ਉਹਦਾ ਘਰ ਵਾਲਾ ਆ ਉਹ ਕਿਸੇ ਵੀ ਡੇਰੇ ਦੇ ਪੈਰੋਕਾਰ ਹੋਣ, ਪਰ ਇਹ ਗਰੰਟੀ ਨਹੀਂ ਹੈ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਨਾਲ ਜਾਂਦੇ ਹੋਣ। ਉਹਨਾਂ ਦੇ ਬੱਚਿਆਂ ਦੀ ਇੰਡੀਪੈਂਡੈਂਟ ਕੋਈ ਨਾ ਕੋਈ ਸੋਚ ਹੁੰਦੀ ਹੈ। ਕਈ ਵਾਰੀ ਇੱਕ ਘਰ 4 ਲੋਕ ਹੁੰਦੇ, 4 ਹੀ ਵੱਖਰੇ ਵੱਖਰੇ ਕੈਂਡੀਡੇਟ ਨੂੰ ਵੋਟ ਕਰਦੇ ਆ। ਅਸੀਂ ਕਾਊਂਟ ਕਰ ਲੈਂਦੇ ਪਰ ਵੀ ਆਹ ਬੰਦਾ ਜੀ ਇਹ ਪ੍ਰੇਮੀ ਆ ਜੀ, ਤੇ ਇਹਦਾ ਮਤਲਬ ਇਹਦੇ ਨਾਲ ਜੁੜੇ ਹੋਏ ਸਾਰੇ ਲੋਕ ਜਿਹੜਾ ਹੋ ਸਕਦਾ ਉਹਨਾਂ ਦਾ ਕੁਰਬਾ 10-15 ਲੋਕਾਂ ਦਾ ਹੋਵੇ ਵੀ ਉਹ ਸਾਰੇ ਲੋਕ ਜਿਹੜੇ ਆ ਉਹਦੇ ਨਾਲ। ਏਦਾਂ ਹੁੰਦਾ ਨਹੀਂ, ਪ੍ਰੈਕਟੀਕਲ ਨਹੀਂ ਹੈ ਇਹ ਗੱਲ। ਇਹਦਾ ਇੱਕ ਪ੍ਰਮਾਣ ਇਹ ਵੀ ਹੈ ਵੀ ਡੇਰੇ ਦੀ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਕਿਸੇ
ਕਿਸੇ ਨੂੰ ਬਹੁਤ ਲਾਭ ਨਹੀਂ ਪਹੁੰਚਾਇਆ। ਇਹ ਕਾਂਗਰਸ ਨੂੰ ਤਾਂ ਵੋਟ ਕਦੀ ਪਈ ਹੀ ਨਹੀਂ। ਇਹ ਜਿਹੜੀ ਸਿਰਸੇ ਵਾਲੀ ਹੈ, ਇਹ ਪਿਕ ਐਂਡ ਚੂਜ਼ ਵੀ ਕਰਦੇ ਰਹੇ ਆ। ਕਈ ਵਾਰੀ ਅਕਾਲੀ ਦਲ ਨੂੰ ਵੀ ਪੈਂਦੀ ਰਹੀ ਹੈ ਸਾਰੀ ਕਈ ਵਾਰੀ ਪਿਕ ਐਂਡ ਚੂਜ਼ ਵੀ ਕਰਦੇ ਰਹੇ। ਹੁਣ ਇਹਨਾਂ ਨੇ ਅਕਾਲੀਆਂ ਦੀ ਸਪੋਰਟ ਕੀਤੀ ਇੱਕ ਇਲੈਕਸ਼ਨ ਦੇ ਵਿੱਚ, ਪਰ ਇੱਕ ਸੀਟ ਦੇ ਉੱਤੇ ਮੌੜ ਮੰਡੀ ਦੇ ਉੱਤੇ ਲਗਾਤਾਰ ਇਹਦਾ ਕੁੜਮ ਆ ਉਹ ਰਮਿੰਦਰ ਜੱਸੀ ਕਾਂਗਰਸ ਪਾਰਟੀ ਦਾ ਕੈਂਡੀਡੇਟ ਜਿਹੜਾ ਰਿਹਾ, ਤੇ ਉਹ ਕਿਉਂਕਿ ਕੁੜਮ ਆ ਉਹਦੀ ਪਰਸਨਲ ਮਦਦ ਕੀਤੀ, ਪਰ ਉਹਦੇ ਬਾਵਜੂਦ 3 ਵਾਰੀ ਉਹ ਚੋਣਾਂ ਹਾਰ ਗਿਆ। ਜੇ ਡੇਰੇ ਦੀ ਵੋਟ ਇੰਨੀ ਤਾਕਤਵਰ ਸੀ ਤਾਂ ਉਹਦਾ ਕੁੜਮ ਕਿੱਦਾਂ ਹਾਰ ਗਿਆ? ਸੋ ਅਲਟੀਮੇਟਲੀ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਇਹ ਭਰਮ ਹੈ ਵੀ ਉਹਨੇ ਡੇਰੇ ਦੀ ਮਦਦ ਲੈ ਕੇ ਪਤਾ ਨਹੀਂ ਕਿੰਨੀ ਵੱਡੀ ਮੱਲ ਮਾਰ ਲਈ, ਪਰ ਇਹ ਜ਼ਰੂਰ ਮੈਂ ਕਹਿੰਦਾ ਕਿ ਥੋੜਾ ਬਹੁਤ ਵੋਟ ਸ਼ੇਅਰ ਉਹਦਾ ਬਚਿਆ ਰਹਿ ਜਾਏਗਾ। ਜਿੰਨੀ ਕਿ ਵੀ ਉਹਨੂੰ ਵੋਟ ਪੈ ਗਈ, ਜਿਹੜਾ ਨੁਕਸਾਨ ਇੱਧਰੋਂ ਹੋਣਾ ਉਹਦੀ ਭਰਪਾਈ ਥੋੜੀ ਬਹੁਤ ਹੋ ਜਾਏਗੀ। ਸੀਟਾਂ ਦੇ ਵਿੱਚ ਉਹ ਨਹੀਂ ਤਬਦੀਲ ਹੋਏਗਾ, ਪਰ ਵੋਟ ਸ਼ੇਅਰ ਜਿਹੜਾ ਥੋੜਾ ਬਹੁਤ ਜਿੰਨਾ ਕੁ ਉਹ ਆਪਣਾ ਬਣਾ ਕੇ ਰੱਖਣ 'ਚ ਕਾਮਯਾਬ ਹੋ ਜਾਣਗੇ। ਤੇ ਫਿਰ ਕਹਿਣਗੇ ਵੀ ਦੇਖੋ ਜੀ ਕਿਸਾਨ ਅੰਦੋਲਨ ਸੀ, ਉਹਦੇ ਬਾਵਜੂਦ ਵੀ ਜੇ ਇੰਨੀ ਵੋਟ ਪਿਛਲੀ ਵਾਰੀ ਪਈ, ਐਤਕੀ ਵੀ ਇੰਨੀ ਪੈ ਗਈ। ਹੁਣ ਇਹਦਾ ਮਤਲਬ ਹੈ ਕਿ ਸਾਡੀ ਤਾਕਤ ਉਨੀ ਹਾਲੇ ਵੀ ਪੰਜਾਬ 'ਚ ਬਣੀ ਹੋਈ ਹੈ। ਜੀ ਦਸਾਂਝ ਸਾਹਿਬ, ਜੀ ਦੂਜੀ ਗੱਲ ਹਾਂ ਕਰੋ, ਦੂਜੀ ਗੱਲ ਪੂਰੀ ਕਰ ਲਓ ਤੁਸੀਂ। ਹਾਂਜੀ ਹਾਂ, ਬਸ ਉਹਦੇ ਚਲੋ ਸੰਖੇਪ ਜਿਹੀ ਗੱਲ ਹੈ। ਦੇਖੋ ਅਦਾਲਤਾਂ ਦਾ ਜਿਹੜਾ ਮਾਮਲਾ ਹੈ ਉਹਦੇ 'ਚ ਕਈ ਵਾਰੀ ਜਿਹੜਾ ਤੁਸੀਂ ਕਹਿੰਦੇ ਆਪੇ ਨੋਟਿਸ ਲੈਂਦੀਆਂ ਅਦਾਲਤ, ਪਰ ਜਿਹੜੇ ਕੁਝ ਮਾਮਲੇ ਉਹਦੇ 'ਚ ਸ਼ਾਇਦ ਆਪਾਂ ਨੂੰ ਲੱਗਦਾ ਵੀ ਸ਼ਾਇਦ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਤੇ ਤੇਜ਼ੀ ਨਾਲ ਸੂ ਮੋਟੋ ਵਾਲਾ ਜਿਹੜਾ ਮਾਮਲਾ ਹੈ ਉਹ ਆਉਣਾ ਚਾਹੀਦਾ। ਜੇ ਨਹੀਂ ਆਉਂਦਾ ਤਾਂ ਕਿਤੇ ਨਾ ਕਿਤੇ ਕੋਈ ਗਲਤੀ ਤਾਂ ਹੈ। ਪਰ ਇਹ ਹੈ ਵੀ ਇਹ ਜਿਹੜਾ ਮਾਮਲਾ ਹੈ ਇਹਦੇ 'ਚ ਗੁਰਮੀਤ ਰਾਮ ਰਹੀਮ ਵਾਲਾ ਉਹਨੂੰ ਚੈਲੰਜ ਕੀਤਾ ਜਾ ਚੁੱਕਾ ਹੈ। ਏਦਾਂ ਆਸ਼ੀਸ਼ ਮਿਸ਼ਰਾ ਵਾਲੇ ਮਾਮਲੇ ਨੂੰ ਵੀ ਚੈਲੰਜ ਕੀਤਾ ਜਾ ਸਕਦਾ। ਗੁਰਮੀਤ ਰਾਮ ਰਹੀਮ ਵਾਲਾ ਮਾਮਲਾ ਤਾਂ ਪੈਰੋਲ ਹੈ, ਜਿਹਦੇ 'ਚ ਅਦਾਲਤ ਨੇ ਤਾਂ ਪੈਰੋਲ ਦਿੱਤੀ ਨਹੀਂ, ਉਹ ਤਾਂ ਹਰਿਆਣੇ ਦੀ ਸਰਕਾਰ ਦੀ ਮਰਜ਼ੀ ਤੇ ਪੈਰੋਲ ਮਿਲੀ ਹੈ। ਤੇ ਉਹਨੂੰ ਚੈਲੰਜ ਜਿਹੜੇ ਅੰਸ਼ੁਲ ਛਤਰਪਤੀ ਹੈ, ਜਿਹੜੇ ਛਤਰਪਤੀ ਬੇਟੇ ਨੇ, ਉਹਨਾਂ ਦੇ ਬੇਟੇ ਹਾਂਜੀ, ਉਹਨਾਂ ਨੇ ਚੈਲੰਜ ਕੀਤਾ। ਦੇਖਦੇ ਆ ਕੀ ਬਣਦਾ ਹੈ। ਪਰ ਇਹ ਜ਼ਰੂਰ ਹੈ ਕਿ ਹਾਂ ਕੁਝ ਮਾਮਲਿਆਂ ਦੇ ਵਿੱਚ ਜਿਹੜੇ ਇੰਨੇ ਸੈਂਸਿਟਿਵ ਮਾਮਲੇ ਹੁੰਦੇ ਆ, ਇਹਦੇ 'ਚ ਖੁਦ ਅਦਾਲਤ ਜੇ ਨੋਟਿਸ ਲਵੇ ਤਾਂ ਤੇਜ਼ੀ ਨਾਲ ਕਾਰਵਾਈ ਹੋਣ ਦੀ ਸੰਭਾਵਨਾ ਬਣ ਜਾਂਦੀ। ਦਸਾਂਝ ਸਾਹਿਬ, ਇੱਕ ਬ੍ਰੇਕ ਛੋਟਾ ਜਿਹਾ ਲੈ ਲਈਏ ਆਪਾਂ। ਬ੍ਰੇਕ ਤੋਂ ਫੌਰਨ ਬਾਅਦ ਆਪਾਂ ਗੱਲਬਾਤ ਜਿਹੜੀ ਹੈ ਦੁਬਾਰਾ ਸ਼ੁਰੂ ਕਰਦੇ ਹਾਂ। ਇੱਕ ਛੋਟਾ ਜਿਹਾ ਬ੍ਰੇਕ, ਸਿਰਫ 1 ਅੱਧੇ ਮਿੰਟ ਦਾ ਜੀ।